ਅੱਜ ਮੇਰੀ ਛੋਟੀ ਭੈਣ ਪੂਨਮ ਦਾ ਵਿਆਹ ਸੀ ਕਿਉਂਕਿ ਉਹ ਬਹੁਤ ਸੋਹਣੀ ਹੈ ਅਤੇ ਮੈਨੂੰ 28 ਸਾਲ ਹੋ ਗਏ ਹਨ ਪਰ ਅਜੇ ਮੈਂ ਤੱਕ ਕੁਆਰੀ ਹੀ ਬੈਠੀ ਹਾਂ। ਮੈਂ ਗੁੱਸੇ ਵਿੱਚ ਆ ਕੇ ਆਪਣੀ ਭੈਣ ਨੂੰ ਡਰਾਇਆ ਕਿ ਪਤੀ ਵਿਆਹ ਤੋਂ ਬਾਅਦ ਜਵਾਨ ਲੜਕੀਆਂ ਨੂੰ ਬਹੁਤ ਤੰਗ ਕਰਦੇ ਹਨ। ਪੂਨਮ ਡਰ ਗਈ ਅਤੇ ਵਿਆਹ ਤੋਂ ਇਨਕਾਰ ਕਰ ਦਿੱਤਾ ਤੇ ਫਿਰ ਉਹ ਬਾਥਰੂਮ ਵਿੱਚ ਲੁਕ ਗਈ। ਮੈਂ ਉਸ ਦੀ ਜਗ੍ਹਾ ਦੁਲਹਨ ਬਣ ਕੇ ਬੈਠ ਗਈ। ਮੈਂ ਵਿਆਹ ਕਰਵਾ ਲਿਆ ਅਤੇ ਸਹੁਰੇ ਘਰ ਆ ਗਈ। ਆਪਣੇ ਸਹੁਰੇ ਘਰ ਜਦੋਂ ਮੈਂ ਆਪਣੇ ਪਤੀ ਨੂੰ ਦੇਖਿਆ ਤਾਂ ਮੇਰਾ ਦਿਲ ਕੰਬ ਗਿਆ। ਮੈਂ ਚੀਕਣ ਲੱਗ ਪਈ, ਮੈਂ ਰੋਣ ਲੱਗ ਪਈ ਕਿਉਂਕਿ ਮੇਰਾ ਪਤੀ ਤਾਂ ਇੱਕ। ਮੇਰਾ ਨਾਮ ਅਰਚਨਾ ਹੈ। ਮੈਂ ਸੁੰਦਰ ਹੋਣ ਦੇ ਨਾਲ-ਨਾਲ ਸੰਸਕਾਰੀ ਵੀ ਹਾਂ, ਪਰ ਮੇਰੀ ਛੋਟੀ ਭੈਣ ਪੂਨਮ ਨੇ ਇਸ ਤੇ ਗ੍ਰਹਿਣ ਲਾ ਦਿੱਤਾ। ਮੈਂ ਪਿਆਰੀ ਸੀ ਜਦਕਿ ਉਹ ਸਭ ਤੋਂ ਖੂਬਸੂਰਤ ਸੀ। ਲੋਕ ਅਕਸਰ ਕਹਿੰਦੇ ਸਨ ਕਿ ਜੇ ਪੂਨਮ ਨਾ ਹੁੰਦੀ ਤਾਂ ਅਰਚਨਾ ਦੀ ਖੂਬਸੂਰਤੀ ਦਾ ਕੋਈ ਮੇਲ ਨਹੀਂ ਸੀ। ਇਹ ਗੱਲ ਮੇਰੇ ਦਿਮਾਗ ਵਿੱਚ ਘਰ ਕਰ ਗਈ। ਮੈਂ ਸੋਚਦੀ ਸੀ ਕਿ ਜੇ ਪੂਨਮ ਨਾ ਹੁੰਦੀ ਤਾਂ ਕਿੰਨਾ ਚੰਗਾ ਹੁੰਦਾ। ਮੇਰੇ ਮਾਤਾ-ਪਿਤਾ ਨੂੰ ਮੇਰੇ ਤੇ ਮਾਣ ਸੀ ਕਿਉਂਕਿ ਮੈਂ ਸਕੂਲ ਵਿੱਚ ਬੜੇ ਚੰਗੇ ਨੰਬਰਾਂ ਤੇ ਪਾਸ ਹੁੰਦੀ ਸੀ। ਰਿਸ਼ਤੇਦਾਰਾਂ ਵਿੱਚ ਵੀ ਬੜੇ ਖੁਸ਼ ਹੋ ਕੇ ਮੇਰੇ ਮਾਤਾ-ਪਿਤਾ ਮੇਰੇ ਨੰਬਰਾਂ ਬਾਰੇ ਗੱਲਾਂ ਕਰਦੇ ਰਹਿੰਦੇ। ਪੂਨਮ ਹੁਣ ਪੋਜੀਸ਼ਨ ਲੈਣ ਲੱਗੀ ਸੀ, ਉਹ ਵੀ ਕਲਾਸ ਵਿੱਚੋਂ ਫਸਟ ਆਉਣ ਲੱਗੀ ਤੇ ਉਸਨੇ ਮੈਨੂੰ ਇੱਥੋਂ ਵੀ ਮਾਤ ਦੇ ਦਿੱਤੀ। ਹੁਣ ਮੇਰਾ ਜ਼ਿਕਰ ਬਹੁਤ ਘੱਟ ਹੁੰਦਾ, ਹਰ ਜਗ੍ਹਾ ਉਸ ਦਾ ਹੀ ਨਾਮ ਲਿਆ ਜਾਂਦਾ। ਮੈਂ ਸੋਚਦੀ ਕਿ ਕਿਤੇ ਪੂਨਮ ਦੂਰ ਚਲੀ ਜਾਵੇ ਜਿੱਥੇ ਮੇਰਾ ਤੇ ਉਸ ਦਾ ਸਾਹਮਣਾ ਨਾ ਹੋਵੇ। ਹੌਲੀ-ਹੌਲੀ ਕਰਕੇ ਮੇਰੇ ਦਿਲ ਅੰਦਰ ਉਸ ਦੇ ਪ੍ਰਤੀ ਨਫ਼ਰਤ ਅਤੇ ਗੁੱਸਾ ਭਰ ਗਿਆ। ਮੈਂ ਤਾਂ ਉਸ ਦੇ ਮਰਨ ਦੀਆਂ ਵੀ ਅਰਦਾਸਾਂ ਕਰਨ ਲੱਗੀ। ਮੈਂ ਆਪਣੇ ਵੱਡੇ ਹੋਣ ਦਾ ਫਾਇਦਾ ਉਠਾਉਂਦੀ ਸੀ, ਉਸ ਨੂੰ ਗੱਲ-ਗੱਲ ਤੇ ਡਾਂਟ ਵੀ ਦਿੰਦੀ ਸੀ, ਪਰ ਨਾ ਜਾਣੇ ਉਹ ਕਿਹੜੀ ਮਿੱਟੀ ਦੀ ਬਣੀ ਸੀ। ਉਹ ਮੇਰੇ ਉੱਤੇ ਜਾਨ ਛਿੜਕਦੀ, ਮੈਨੂੰ ਹਰ ਵਕਤ ਦੀਦੀ ਦੀਦੀ ਕਹਿੰਦੀ ਰਹਿੰਦੀ। ਮੇਰੇ ਲਈ ਰਿਸ਼ਤੇ ਆਉਣ ਲੱਗੇ। ਹੁਣ ਮੈਂ ਖੁਸ਼ ਸੀ ਕਿ ਚਲੋ ਵਧੀਆ, ਪੂਨਮ ਤੋਂ ਜਾਨ ਛੁੱਟ ਜਾਏਗੀ। ਮੇਰੇ ਸਹੁਰੇ ਘਰ ਵਿੱਚ ਮੈਨੂੰ ਪੂਨਮ ਨਾਲ ਕੰਪੇਅਰ ਨਹੀਂ ਕੀਤਾ ਜਾਵੇਗਾ, ਪਰ ਪੂਨਮ ਇੱਥੇ ਵੀ ਜਿੱਤ ਗਈ। ਜੋ ਮੇਰੇ ਲਈ ਰਿਸ਼ਤਾ ਆਉਂਦਾ ਸੀ ਉਹ ਮੈਨੂੰ ਨਾ ਪਸੰਦ ਕਰਕੇ ਮੇਰੀ ਛੋਟੀ ਭੈਣ ਨੂੰ ਪਸੰਦ ਕਰ ਜਾਂਦਾ ਸੀ। ਬਹੁਤ ਵਾਰ ਅਜਿਹਾ ਹੋਇਆ ਤਾਂ ਮੇਰੀ ਭੂਆ ਨੇ ਕਹਿਣਾ ਕਿ ਪਹਿਲਾਂ ਪੂਨਮ ਦਾ ਵਿਆਹ ਕਰ ਦਿਓ, ਉਸ ਦੇ ਬਾਅਦ ਅਰਚਨਾ ਦਾ ਕਰ ਦੇਣਾ। ਪਹਿਲਾਂ ਤਾਂ ਮੇਰੇ ਪਾਪਾ ਨਹੀਂ ਮੰਨੇ, ਪਰ ਜਦੋਂ ਮੰਮੀ ਨੇ ਸਮਝਾਇਆ ਤਾਂ ਪਾਪਾ ਰਾਜੀ ਹੋ ਗਏ। ਪਰ ਮੈਂ ਇਹ ਸਭ ਨਹੀਂ ਚਾਹੁੰਦੀ ਸੀ। ਮੈਨੂੰ ਸੀ ਕਿ ਪੂਨਮ ਦਾ ਵਿਆਹ ਮੇਰੇ ਨਾਲੋਂ ਪਹਿਲਾਂ ਨਾ ਹੋਵੇ। ਇਸ ਬਾਰੇ ਮੇਰੇ ਤੇ ਕਿਸੇ ਨੇ ਪੁੱਛਿਆ ਵੀ ਨਹੀਂ ਅਤੇ ਇੱਕ ਦਿਨ ਰਿਸ਼ਤਾ ਆਇਆ ਜੋ ਮੇਰੇ ਲਈ ਆਇਆ ਸੀ, ਪਰ ਉਹ ਲੋਕ ਪੂਨਮ ਨੂੰ ਪਸੰਦ ਕਰਕੇ ਚਲੇ ਗਏ ਅਤੇ ਪੂਨਮ ਦਾ ਰਿਸ਼ਤਾ ਪੱਕਾ ਹੋ ਗਿਆ। ਸ਼ਾਦੀ ਦੀ ਤਰੀਕ ਵੀ ਤੈਅ ਹੋ ਗਈ। ਸਾਡੇ ਘਰ ਵਿੱਚ ਖੁਸ਼ੀਆਂ ਦਾ ਦੌਰ ਚਾਲੂ ਹੋ ਗਿਆ ਜਦਕਿ ਮੈਂ ਅੰਦਰ ਹੀ ਅੰਦਰ ਜਲ ਰਹੀ ਸੀ। ਦਿਨ ਹੌਲੀ-ਹੌਲੀ ਕਰਕੇ ਇਦਾਂ ਹੀ ਲੰਘਦੇ ਗਏ ਤੇ ਇੱਕ ਦਿਨ ਪੂਨਮ ਦੀ ਬਰਾਤ ਵੀ ਆ ਗਈ। ਉਹ ਦੁਲਹਨ ਬਣ ਕੇ ਬਿਲਕੁਲ ਅਪਸਰਾਂ ਦੀ ਤਰ੍ਹਾਂ ਲੱਗ ਰਹੀ ਸੀ। ਉਸ ਉੱਪਰ ਇੰਨਾ ਰੂਪ ਚੜ੍ਹਿਆ ਸੀ, ਇਉਂ ਲੱਗ ਰਿਹਾ ਸੀ ਜਿਵੇਂ ਕੋਈ 14ਵੀਂ ਦਾ ਚੰਨ ਹੋਵੇ। ਮੈਂ ਉਸ ਨੂੰ ਦੇਖਦੀ ਰਹਿ ਗਈ। ਪੂਨਮ ਬੋਲੀ, ਦੀਦੀ ਮੈਂ ਵਧੀਆ ਤਾਂ ਲੱਗ ਰਹੀ ਹਾਂ। ਮੈਂ ਉਸ ਨੂੰ ਗਲੇ ਨਾਲ ਲਗਾ ਲਿਆ ਤੇ ਕਿਹਾ, ਤੂੰ ਦੁਨੀਆ ਦੀ ਸਭ ਤੋਂ ਸੁੰਦਰ ਦੁਲਹਨ ਲੱਗ ਰਹੀ ਹੋ, ਪਰ ਮੇਰਾ ਦਿਲ ਤੇਰੇ ਲਈ ਬਹੁਤ ਦੁਖੀ ਆ। ਮੰਮੀ ਪਾਪਾ ਨੂੰ ਤੇਰੇ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਤੂੰ ਜਾਣਦੀ ਆ ਕਿ ਛੋਟੀ ਉਮਰ ਦੀ ਦੁਲਹਨ ਦੇ ਪਤੀ ਬਹੁਤ ਹੀ ਜ਼ੁਲਮ ਕਰਦੇ ਹਨ। ਉਹਨਾਂ ਨੂੰ ਲੱਗਦਾ ਕਿ ਘੱਟ ਉਮਰ ਦੀ ਲੜਕੀ ਨੂੰ ਮਾਰ ਕੁੱਟ ਕੇ ਆਪਣੇ ਬੱਸ ਵਿੱਚ ਰੱਖਣਾ ਚਾਹੀਦਾ ਹੈ। ਛੋਟੀ ਉਮਰ ਦੀ ਲੜਕੀ ਸਾਰੀ ਉਮਰ ਦੇ ਲਈ ਆਪਣੇ ਸਹੁਰੇ ਘਰ ਵਾਲਿਆਂ ਦੇ ਗੁਲਾਮ ਬਣ ਕੇ ਰਹਿ ਜਾਂਦੀ ਹੈ। ਵਿਆਹ ਦੀ ਸਹੀ ਉਮਰ ਤਾਂ 27-28 ਸਾਲ ਦੇ ਬਾਅਦ ਸ਼ੁਰੂ ਹੁੰਦੀ ਹੈ। ਮੇਰੀ ਗੱਲ ਸੁਣ ਕੇ ਪੂਨਮ ਡਰ ਗਈ ਤੇ ਡਰਦੇ ਮਾਰੇ ਉਹਦਾ ਚਿਹਰਾ ਸਫੇਦ ਹੋ ਗਿਆ। ਉਹ ਡਰਦੇ ਹੋਏ ਬੋਲੀ, ਦੀਦੀ ਜਦੋਂ ਤੁਹਾਡਾ ਵਿਆਹ ਹੋਇਆ ਤਾਂ ਤੁਹਾਨੂੰ ਵੀ ਤੁਹਾਡਾ ਪਤੀ ਮਾਰੇਗਾ। ਮੈਂ ਤੀਰ ਨੂੰ ਨਿਸ਼ਾਨੇ ਤੇ ਲੱਗਦੇ ਹੋਏ ਦੇਖਿਆ ਤੇ ਖੁਸ਼ੀ ਨਾਲ ਝੂਮ ਉੱਠੀ। ਬੋਲੀ, ਨਹੀਂ, ਅਜਿਹਾ ਤਾਂ ਨਹੀਂ ਹੁੰਦਾ। ਮੇਰੀ ਉਮਰ 28 ਸਾਲ ਹੈ। ਮੇਰਾ ਪਤੀ ਤਾਂ ਮੇਰੇ ਤੋਂ ਦਬ ਕੇ ਰਹੇਗਾ। ਪੂਨਮ ਨੇ ਆਪਣੇ ਸਿਰ ਉੱਤੋਂ ਦੁਪੱਟਾ ਲਾ ਕੇ ਮੇਰੇ ਸਿਰ ਉੱਤੇ ਦੇ ਦਿੱਤਾ ਤੇ ਕਿਹਾ ਕਿ ਦੀਦੀ ਤੁਸੀਂ ਮੇਰੀ ਜਗ੍ਹਾ ਵਿਆਹ ਕਰ ਲਵੋ। ਮੈਂ ਕਿਸੇ ਦੀ ਕੁੱਟ ਨਹੀਂ ਚੱਲ ਸਕਦੀ। ਮੈਂ ਤਾਂ 25 ਸਾਲਾਂ ਦੀ ਹੋ ਕੇ ਵਿਆਹ ਕਰਵਾਵਾਂਗੀ। ਮੈਂ ਬਹਾਨਾ ਬਣਾਉਣ ਲੱਗੀ ਕਿ ਲੋਕ ਕੀ ਕਹਿਣਗੇ ਅਤੇ ਜਦੋਂ ਮੰਮੀ ਪਾਪਾ ਨੂੰ ਪਤਾ ਲੱਗੇਗਾ ਤਾਂ ਉਹ ਕੀ ਕਰਨਗੇ। ਲੋਕ ਗੱਲਾਂ ਕਰਨਗੇ ਕਿ ਆਪਣੀ ਛੋਟੀ ਭੈਣ ਦਾ ਨਸੀਬ ਖੋਹ ਲਿਆ ਵੱਡੀ ਭੈਣ ਨੇ।
ਪੂਨਮ ਬੋਲੀ, ਨਹੀਂ ਦੀਦੀ, ਲੋਕਾਂ ਦੀਆਂ ਗੱਲਾਂ 'ਤੇ ਧਿਆਨ ਨਾ ਦਿਓ। ਤੁਸੀਂ ਮੈਨੂੰ ਬਚਾ ਲਓ। ਮੈਂ ਤੁਹਾਡੀ ਛੋਟੀ ਭੈਣ ਹਾਂ, ਤਾਂ ਕਿ ਤੁਸੀਂ ਮੈਨੂੰ ਇਸ ਤੋਂ ਨਹੀਂ ਬਚਾਓਗੇ। ਮੈਂ ਹਾਂ ਕਿਹਾ ਅਤੇ ਫਿਰ ਪੂਨਮ ਨੇ ਮੈਨੂੰ ਵਿਆਹ ਦਾ ਲਹਿੰਗਾ ਪਾਇਆ ਅਤੇ ਖੁਦ ਬਾਥਰੂਮ ਚਲੀ ਗਈ। ਮੇਰਾ ਰਾਜਵੀਰ ਨਾਲ ਵਿਆਹ ਹੋ ਗਿਆ। ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਅਸਲ ਵਿੱਚ ਅਸੀਂ ਗਰੀਬ ਲੋਕ ਸੀ, ਪਰ ਸਾਡੀ ਬਹੁਤ ਇੱਜ਼ਤ ਅਤੇ ਸਨਮਾਨ ਸੀ। ਇਸੇ ਇੱਜ਼ਤ ਦੀ ਖਾਤਰ ਰਾਜਵੀਰ ਦਾ ਰਿਸ਼ਤਾ ਸਾਡੇ ਘਰ ਆਇਆ ਸੀ। ਰਾਜਵੀਰ ਬਹੁਤ ਅਮੀਰ ਸੀ, ਦੇਖਣ ਵਿੱਚ ਵੀ ਉਹ ਸਮਾਰਟ ਸੀ। ਇਸ ਲਈ ਜਦੋਂ ਮੈਂ ਰਾਜਵੀਰ ਦੀ ਫੋਟੋ ਦੇਖੀ ਤਾਂ ਮੈਨੂੰ ਉਸੇ ਪਲ ਤੋਂ ਉਸ ਨਾਲ ਪਿਆਰ ਹੋ ਗਿਆ। ਭਾਵੇਂ ਰਾਜਵੀਰ ਮੇਰਾ ਇੱਕ ਤਰਫਾ ਪਿਆਰ ਸੀ। ਰਾਜਵੀਰ ਆਲੀਸ਼ਾਨ ਹਵੇਲੀ ਅਤੇ ਕਰੋੜਾਂ ਦੀ ਜਾਇਦਾਦ ਦਾ ਇਕੱਲਾ ਮਾਲਕ ਸੀ। ਵਿਦਾ ਹੋਣ ਤੋਂ ਪਹਿਲਾਂ ਮੇਰੀ ਸੱਸ ਮੇਰੇ ਕੋਲ ਆ ਕੇ ਬੈਠ ਗਈ ਤੇ ਕਹਿਣ ਲੱਗੀ, ਬੇਟਾ ਮੈਨੂੰ ਆਪਣਾ ਸੋਹਣਾ ਚਿਹਰਾ ਤਾਂ ਦਿਖਾ ਦੇ। ਮੈਂ ਡਰ ਗਈ ਅਤੇ ਮੈਂ ਨਾਂਹ ਵਿੱਚ ਸਿਰ ਹਿਲਾ ਕੇ ਝੱਟ ਹੀ ਗੱਲ ਬਣਾ ਦਿੱਤੀ ਕਿ ਜੇ ਸੱਸ ਨੂੰਹ ਨੂੰ ਪਤੀ ਤੋਂ ਪਹਿਲਾਂ ਦੇਖ ਲਵੇ ਤਾਂ ਇਹ ਮਾੜਾ ਸ਼ਗਨ ਹੁੰਦਾ ਹੈ। ਸਾਡੇ ਪਰਿਵਾਰ ਵਿੱਚ ਇਹ ਰਿਵਾਜ ਹੈ। ਮੇਰੀ ਸੱਸ ਵੀ ਡਰ ਗਈ ਸੀ। ਵਿਦਾਈ ਤੱਕ ਕਿਸੇ ਨੂੰ ਮੂੰਹ ਦਿਖਾਉਣਾ ਨਹੀਂ ਪਿਆ। ਮੈਂ ਰਾਜਵੀਰ ਦੇ ਕਮਰੇ ਵਿੱਚ ਖੁਸ਼ੀ-ਖੁਸ਼ੀ ਉਸ ਦੀ ਉਡੀਕ ਕਰ ਰਹੀ ਸੀ ਤਾਂ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਟਰਾਲੀ ਖਿੱਚਣ ਦੀ ਆਵਾਜ਼ ਸੁਣੀ। ਮੈਂ ਘੁੰਡ ਕੱਢ ਕੇ ਬੈਠੀ ਸੀ। ਸੋਚਿਆ ਕਿ ਕੋਈ ਨੌਕਰ ਖਾਣ ਪੀਣ ਦਾ ਸਮਾਨ ਲੈ ਕੇ ਆਇਆ ਹੋਵੇਗਾ। ਮੈਂ ਦਿਲ ਵਿੱਚ ਮਹਿਲ ਦੀ ਮਾਲਕਣ ਬਣਨ ਦੇ ਸੁਪਨੇ ਲੈ ਰਹੀ ਸੀ। ਮੇਰੇ ਅੱਗੇ ਪਿੱਛੇ ਨੌਕਰ ਹੋਣਗੇ। ਉਦੋਂ ਹੀ ਮੈਨੂੰ ਰਾਜਵੀਰ ਦੀ ਆਵਾਜ਼ ਸੁਣਾਈ ਦਿੱਤੀ। ਉਸਨੇ ਕਿਹਾ, ਪੂਨਮ ਕਿਵੇਂ ਆ ਤੂੰ? ਟਰਾਲੀ ਦੇ ਪਹੀਆਂ ਦੀ ਆਵਾਜ਼ ਮੇਰੇ ਕਰੀਬ ਆਈ ਤੇ ਮੈਂ ਮੂੰਹ ਚੁੱਕ ਕੇ ਸਾਹਮਣੇ ਦਾ ਮੰਜ਼ਰ ਦੇਖਿਆ ਤਾਂ ਮੇਰਾ ਸਿਰ ਚਕਰਾ ਗਿਆ। ਬਹੁਤ ਹੀ ਸੁੰਦਰ ਪਤੀ ਰਾਜਵੀਰ ਆਪਣੀ ਵੀਲ ਚੇਅਰ ਘੜੀਸਦਾ ਹੋਇਆ ਅੱਗੇ ਆਇਆ। ਮੈਂ ਆਪਣਾ ਘੁੰਡ ਚੁੱਕ ਕੇ ਪਰੇ ਮਾਰਿਆ ਤੇ ਰਾਜਵੀਰ ਮੈਨੂੰ ਦੇਖ ਕੇ ਚੌਂਕ ਗਏ। ਉਹ ਬੋਲੇ, ਤੂੰ ਕੌਣ ਅਤੇ ਪੂਨਮ ਕਿੱਥੇ ਆ? ਮੈਂ ਕਿਹਾ, ਰਾਜਵੀਰ ਤੁਸੀਂ ਤਾਂ ਲੰਗੜੇ ਹੋ, ਤੁਸੀਂ ਤਾਂ ਆਪ ਅਪਾਹਿਜ ਹੋ, ਪੂਰੀ ਜ਼ਿੰਦਗੀ ਵੀਲ ਚੇਅਰ 'ਤੇ ਲਗਾਓਗੇ। ਸਾਡੇ ਦੋਹਾਂ ਦੀ ਹਾਲਤ ਦੇਖਣ ਯੋਗ ਸੀ। ਉਹ ਚੁੱਪ ਹੋ ਗਿਆ, ਪਰ ਮੈਂ ਉੱਚੀ-ਉੱਚੀ ਰੋਣ ਲੱਗ ਪਈ। ਰਾਜਵੀਰ ਮੇਰੇ ਵੱਲ ਬਹੁਤ ਚੁੱਪਚਾਪ ਦੇਖ ਰਿਹਾ ਸੀ। ਫਿਰ ਸਾਡੇ ਦਰਵਾਜ਼ੇ 'ਤੇ ਦਸਤਕ ਹੋਈ। ਮੇਰੀ ਸੱਸ ਨੇ ਕਿਹਾ, ਕੀ ਹੋਇਆ ਨੂੰ, ਤੂੰ ਕਿਉਂ ਰੋ ਰਹੀ ਹੋ? ਦਰਵਾਜ਼ਾ ਤਾਂ ਖੋਲ੍ਹ। ਮੈਂ ਗੁੱਸੇ 'ਚ ਉੱਠ ਕੇ ਦਰਵਾਜ਼ਾ ਖੋਲ੍ਹਿਆ। ਹੁਣ ਮੇਰੀ ਸੱਸ ਵੀ ਰਾਜਵੀਰ ਵਰਗੀ ਹਾਲਤ 'ਚ ਸੀ। ਮੇਰੀ ਸੱਸ ਨੇ ਕਿਹਾ, ਤੂੰ ਕੌਣ ਹੈ? ਪੂਨਮ ਕਿੱਥੇ ਆ? ਤੂੰ ਤਾਂ ਪੂਨਮ ਦੀ ਵੱਡੀ ਭੈਣ ਆ। ਮੈਂ ਰੋਂਦੀ ਹੋਈ ਬੋਲੀ ਤੇ ਕਿਹਾ, ਤੁਸੀਂ ਸਾਡੇ ਨਾਲ ਇੰਨਾ ਧੋਖਾ ਕਿਉਂ ਕੀਤਾ? ਤੁਸੀਂ ਸਾਡੇ ਤੋਂ ਇਹ ਕਿਉਂ ਲੁਕੋਇਆ ਕਿ ਸਾਡਾ ਬੇਟਾ ਅਪਾਹਿਜ ਹੈ? ਮੇਰੀ ਸੱਸ ਗੁੱਸੇ ਨਾਲ ਅੱਗੇ ਆਈ ਤੇ ਮੇਰਾ ਹੱਥ ਫੜ ਕੇ ਬੋਲੀ, ਧੋਖਾ ਤਾਂ ਤੁਸੀਂ ਸਾਡੇ ਨਾਲ ਕੀਤਾ। ਹੀਰਾ ਦਿਖਾ ਕੇ ਕੋਲਾ ਤੋੜ ਦਿੱਤਾ। ਅਸੀਂ ਤਾਂ ਤੁਹਾਡੇ ਮਾਂ-ਬਾਪ ਨੂੰ ਸਭ ਕੁਝ ਦੱਸ ਦਿੱਤਾ ਸੀ। ਹੋ ਸਕਦਾ ਤੁਹਾਨੂੰ ਨਾ ਪਤਾ ਹੋਵੇ। ਮੇਰੀ ਸੱਸ ਨੇ ਮੇਰੀ ਬਾਂਹ ਫੜ ਕੇ ਬਾਹਰ ਲਿਜਾਣ ਲੱਗੀ ਤਾਂ ਉਦੋਂ ਹੀ ਰਾਜਵੀਰ ਨੇ ਕਿਹਾ, ਜੋ ਹੋ ਗਿਆ ਸੋ ਹੋ ਗਿਆ। ਹੁਣ ਤੁਸੀਂ ਰੱਬ ਦੇ ਵਾਸਤੇ ਚੁੱਪ ਕਰ ਜਾਓ। ਇੱਥੇ ਮੇਰੀ ਸੱਸ ਦੀ ਬੱਸ ਨਹੀਂ ਚੱਲ ਰਹੀ ਸੀ। ਉਹ ਬੇਟੇ ਦੇ ਡਰੋਂ ਕਮਰੇ ਵਿੱਚੋਂ ਬਾਹਰ ਨਿਕਲ ਗਈ। ਮੈਂ ਬੈੱਡ 'ਤੇ ਬੈਠ ਕੇ ਉੱਚੀ-ਉੱਚੀ ਰੋਣ ਲੱਗੀ ਅਤੇ ਪੂਨਮ ਨੂੰ ਕੋਸਦੀ ਰਹੀ। ਉਸ ਦੀ ਕਿਸਮਤ ਇੰਨੀ ਚੰਗੀ ਸੀ। ਉਸ ਦੀ ਅਜ਼ਮਾਇਸ਼ ਨੂੰ ਮੈਂ ਆਪਣੇ ਗਲੇ ਨਾਲ ਹਾਰ ਬਣਾ ਲਿਆ ਸੀ। ਕਾਸ਼ ਉਸ ਦਾ ਵਿਆਹ ਰਾਜਵੀਰ ਨਾਲ ਹੋ ਗਿਆ ਹੁੰਦਾ। ਕਿੰਨਾ ਚੰਗਾ ਹੁੰਦਾ। ਮੇਰਾ ਸਾਰਾ ਹਿਸਾਬ ਇੱਥੇ ਹੀ ਚੁੱਕਦਾ ਹੋ ਜਾਂਦਾ। ਪਰ ਮੇਰੀ ਤਾਂ ਮੱਤ ਮਾਰੀ ਗਈ ਸੀ, ਜੋ ਪਰਾਈ ਅੱਗ ਵਿੱਚ ਖੁਦ ਹੀ ਡਿੱਗ ਗਈ। ਮੈਂ ਮਨ ਹੀ ਮਨ ਵਿੱਚ ਪੂਨਮ ਨੂੰ ਗਾਲਾਂ ਕੱਢ ਰਹੀ ਸੀ। ਰਾਜਵੀਰ ਕਾਫੀ ਟਾਈਮ ਤੱਕ ਚੁੱਪ ਹੋ ਕੇ ਮੈਨੂੰ ਦੇਖਦਾ ਰਿਹਾ ਤੇ ਬੋਲਿਆ, ਕੀ ਤੇਰੀ ਭੈਣ ਨੇ ਤੇਰੇ ਨਾਲ ਧੋਖਾ ਕੀਤਾ? ਮੈਂ ਰਾਜਵੀਰ ਵੱਲ ਦੇਖਿਆ ਤੇ ਸੋਚਿਆ ਕਿ ਹੁਣ ਉਸ ਨੂੰ ਝੂਠ ਬੋਲ ਕੇ ਕੀ ਫਾਇਦਾ। ਇਸ ਲਈ ਮੈਂ ਉਸ ਨੂੰ ਸੱਚ ਦੱਸ ਦਿੱਤਾ। ਉਸ ਨੇ ਮੇਰੇ ਨਾਲ ਕੋਈ ਧੋਖਾ ਨਹੀਂ ਕੀਤਾ, ਬਲਕਿ ਮੈਂ ਹੀ ਉਸ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਉਸ ਨੂੰ ਡਰਾ ਦਿੱਤਾ ਕਿ ਪਤੀ ਚੰਗੇ ਨਹੀਂ ਹੁੰਦੇ। ਇਸੇ ਕਰਕੇ ਉਸ ਨੇ ਆਪਣਾ ਲਹਿੰਗਾ ਲਾ ਕੇ ਮੈਨੂੰ ਫੜਾ ਦਿੱਤਾ। ਇਸ ਤਰ੍ਹਾਂ ਮੇਰਾ ਤੁਹਾਡੇ ਨਾਲ ਵਿਆਹ ਹੋ ਗਿਆ। ਮੇਰੀ ਗੱਲ ਸੁਣ ਕੇ ਰਾਜਵੀਰ ਨੇ ਕਿਹਾ, ਕਿ ਅਰਚਨਾ ਤੂੰ ਅਜਿਹਾ ਕਿਉਂ ਕੀਤਾ? ਮੈਂ ਰੋਂਦੀ ਹੋਈ ਬੋਲੀ ਤੇ ਮੇਰੀ ਤਾਂ ਮੱਤ ਮਰ ਗਈ ਸੀ। ਦਰਅਸਲ ਮੈਂ ਤੁਹਾਡੀ ਤਸਵੀਰ ਦੇਖੀ ਸੀ ਅਤੇ ਮੈਨੂੰ ਤੁਹਾਡੇ ਨਾਲ ਉਸੇ ਵਕਤ ਮੁਹੱਬਤ ਹੋ ਗਈ ਸੀ। ਇਸ ਲਈ ਮੈਂ ਸੋਚਿਆ ਕਿ ਤੁਹਾਡਾ ਰਿਸ਼ਤਾ ਤਾਂ ਮੇਰੇ ਲਈ ਆਇਆ ਸੀ। ਕਿਉਂ ਤੁਹਾਡਾ ਵਿਆਹ ਉਸ ਦੇ ਨਾਲ ਹੋਣ ਦੇਵਾਂ?
ਰਾਜਵੀਰ ਨੇ ਕਿਹਾ ਕਿ ਅਰਚਨਾ ਤੂੰ ਗੌਰ ਨਹੀਂ ਕੀਤੀ, ਮੇਰੀ ਤਾਂ ਸ਼ਕਲ ਹੁਣ ਵੀ ਉਹੋ ਜਿਹੀ ਆ ਜਿਹੋ ਜਿਹੀ ਤਸਵੀਰ ਵਿੱਚ ਸੀ। ਰਾਜਵੀਰ ਦੀਆਂ ਅੱਖਾਂ ਲਾਲ ਹੋ ਗਈਆਂ ਤੇ ਉਹ ਬਹੁਤ ਦੁਖੀ ਲੱਗ ਰਿਹਾ ਸੀ, ਪਰ ਮੈਨੂੰ ਉਸ ਦੀ ਪਰਵਾਹ ਨਹੀਂ ਸੀ ਕਿਉਂਕਿ ਮੇਰੇ ਨਾਲ ਧੋਖਾ ਹੋਇਆ ਸੀ। ਮੈਂ ਗੁੱਸੇ ਵਿੱਚ ਰੋਂਦੀ ਹੋਈ ਬਾਥਰੂਮ ਵਿੱਚ ਗਈ ਤੇ ਆਪਣੇ ਕੱਪੜੇ ਬਦਲ ਕੇ ਬੈੱਡ ਤੇ ਲੇਟ ਗਈ। ਰਾਜਵੀਰ ਹੁਣ ਵੀ ਵੀਲ ਚੇਅਰ ਤੇ ਬੈਠਾ ਹੋਇਆ ਸੀ। ਰੋਂਦੇ ਰੋਂਦੇ ਪਤਾ ਨਹੀਂ ਕਦੋਂ ਮੇਰੀ ਅੱਖ ਲੱਗ ਗਈ। ਸਵੇਰ ਹੋਈ ਤਾਂ ਮੇਰੀ ਸੱਸ ਬੋਲੀ ਕਿ ਮੈਂ ਤੈਨੂੰ ਆਪਣੇ ਬੇਟੇ ਦੀ ਜ਼ਿੰਦਗੀ ਵਿੱਚੋਂ ਕੱਢ ਕੇ ਰਹਾਂਗੀ, ਤੈਨੂੰ ਇਸ ਘਰ ਵਿੱਚ ਬਸਣ ਨਹੀਂ ਦੇਵਾਂਗੀ, ਮੈਂ ਤੇਰਾ ਤਲਾਕ ਕਰਵਾ ਕੇ ਹੀ ਰਹਾਂਗੀ। ਮੈਂ ਵੀ ਗੁੱਸੇ ਵਿੱਚ ਕਿਹਾ ਕਿ ਮੈਂ ਵੀ ਤੁਹਾਡੇ ਲੰਗੜੇ ਬੇਟੇ ਦੇ ਨਾਲ ਰਹਿਣਾ ਨਹੀਂ ਚਾਹੁੰਦੀ। ਕੱਲ੍ਹ ਦੀ ਬਜਾਏ ਤੁਸੀਂ ਮੇਰਾ ਅੱਜ ਹੀ ਤਲਾਕ ਕਰਵਾ ਦਿਓ। ਮੈਂ ਇੰਨਾ ਕਹਿ ਕੇ ਪਿੱਛੇ ਮੁੜੀ ਤਾਂ ਵੀਲ ਚੇਅਰ ਤੇ ਰਾਜਵੀਰ ਬੈਠਾ ਹੋਇਆ ਸੀ। ਉਸ ਦਾ ਚਿਹਰਾ ਗੁੱਸੇ ਵਿੱਚ ਲਾਲ ਹੋ ਗਿਆ। ਥੋੜ੍ਹੀ ਦੇਰ ਦੇ ਲਈ ਮੈਨੂੰ ਰਾਜਵੀਰ ਤੇ ਤਰਸ ਆਇਆ। ਫਿਰ ਸੋਚਿਆ ਕਿ ਦੁਨੀਆ ਜਹਾਨ ਦੇ ਤਰਸ ਦਾ ਠੇਕਾ ਮੈਂ ਨਹੀਂ ਲੈ ਰੱਖਿਆ। ਮੈਂ ਕਮਰੇ ਵਿੱਚ ਆਉਣ ਲੱਗੀ ਤਾਂ ਰਾਜਵੀਰ ਨੇ ਕਿਹਾ, ਅਰਚਨਾ ਜੋ ਹੋਣਾ ਸੀ ਹੋ ਗਿਆ। ਇਹ ਘਰ, ਇਹ ਸਾਰੀ ਜਾਇਦਾਦ ਅੱਜ ਤੋਂ ਸਾਰਾ ਕੁਝ ਤੇਰਾ ਹੈ। ਜੇ ਹੁਣ ਵੀ ਤੈਨੂੰ ਤਲਾਕ ਦੇਣਾ ਚਾਹੁੰਦੀ ਆ ਤਾਂ ਮੈਂ ਤੇਰੇ ਫੈਸਲੇ ਦਾ ਸਨਮਾਨ ਕਰਦਾ ਹਾਂ। ਮੇਰੇ ਦਿਲ ਵਿੱਚ ਇੱਕਦਮ ਖਿਆਲ ਆਇਆ ਕਿ ਚਲੋ ਤਲਾਕ ਤਾਂ ਲੈ ਹੀ ਲਊਂਗੀ, ਕਿਉਂ ਨਾ 1 ਮਹੀਨਾ ਰਾਜਵੀਰ ਦੇ ਨਾਲ ਰਹਿ ਕੇ ਇਸ ਸ਼ਾਨੋ ਸ਼ੌਕਤ ਦਾ ਮਜ਼ਾ ਲੈ ਲਵਾਂ। ਉਦੋਂ ਤੱਕ ਮੇਰੇ ਘਰ ਵਾਲਿਆਂ ਦਾ ਗੁੱਸਾ ਵੀ ਠੀਕ ਹੋ ਜਾਵੇਗਾ, ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਪੂਨਮ ਦੀ ਜਗ੍ਹਾ ਤੇ ਵਿਆਹ ਕਰਵਾ ਲਿਆ ਤਾਂ ਸਾਰੇ ਘਰ ਵਾਲੇ ਮੈਨੂੰ ਹੀ ਦੋਸ਼ ਦੇ ਰਹੇ ਸੀ। ਪੂਨਮ ਨੇ ਵੀ ਮੰਮੀ ਪਾਪਾ ਨੂੰ ਸੱਚ ਦੱਸ ਦਿੱਤਾ ਸੀ ਕਿ ਦੀਦੀ ਨੇ ਮੈਨੂੰ ਡਰਾਇਆ ਧਮਕਾਇਆ ਸੀ। ਇੱਧਰ ਮੈਂ ਰਾਜਵੀਰ ਦੀ ਕਿਸੇ ਵੀ ਗੱਲ ਦਾ ਜਵਾਬ ਨਾ ਦਿੱਤਾ ਅਤੇ ਕਮਰੇ ਵਿੱਚ ਚਲੀ ਗਈ। ਸਾਹਮਣੇ ਮੇਰੀ ਸੱਸ ਕਿਸੇ ਆਦਮੀ ਨਾਲ ਗੱਲ ਕਰ ਰਹੀ ਸੀ। ਵੈਸੇ ਮੇਰੀ ਸੱਸ ਬਿਲਕੁਲ ਨਹੀਂ ਲੱਗਦੀ ਸੀ, ਉਹ ਤਾਂ ਬਹੁਤ ਹੀ ਜਵਾਨ ਦਿਖਦੀ ਸੀ। ਇਸ ਤਰ੍ਹਾਂ ਕਰਕੇ ਕਈ ਦਿਨ ਲੰਘ ਗਏ। ਇੱਕ ਦਿਨ ਇੱਕ ਆਦਮੀ ਸਾਡੇ ਘਰੇ ਆਇਆ। ਉਹ ਮੇਰੀ ਸੱਸ ਨਾਲ ਗੱਲਾਂ ਕਰ ਰਿਹਾ ਸੀ। ਉਦੋਂ ਹੀ ਮੇਰੀ ਸੱਸ ਬੋਲੀ ਕਿ ਅਰਚਨਾ, ਇਸ ਦੇ ਨਾਲ ਮਿਲੋ, ਇਹ ਰਜੇਸ਼ ਹੈ। ਇਹ ਆਪਣਾ ਗਵਾਂਢੀ ਹੈ ਤੇ ਆਪਣੀ ਤਰ੍ਹਾਂ ਕਾਫੀ ਅਮੀਰ ਹੈ। ਇਹ ਮੇਰਾ ਕਦੋਂ ਦਾ ਸਿਰ ਖਾ ਰਿਹਾ ਕਿ ਭਾਬੀ ਇੰਨੀ ਸੋਹਣੀ ਆ, ਮੇਰੇ ਲਈ ਵੀ ਭਾਬੀ ਵਰਗੀ ਲੜਕੀ ਲੱਭ ਦਿਓ। ਮੇਰੀ ਸੱਸ ਦੀ ਗੱਲ ਸੁਣ ਕੇ ਮੈਨੂੰ ਪੂਨਮ ਦਾ ਖਿਆਲ ਆ ਗਿਆ। ਕਿਉਂ ਨਾ ਪੂਨਮ ਦਾ ਰਿਸ਼ਤਾ ਇਸ ਆਦਮੀ ਦੇ ਨਾਲ ਮੰਗ ਲਵਾਂ। ਪਰ ਉਹ ਆਦਮੀ ਮੈਨੂੰ ਦੇਖ ਕੇ ਬੋਲਿਆ ਕਿ ਤਸਵੀਰ ਵਿੱਚ ਜੋ ਲੜਕੀ ਦੇਖੀ ਸੀ ਉਹ ਤਾਂ ਬਹੁਤ ਹੀ ਜ਼ਿਆਦਾ ਸੁੰਦਰ ਸੀ, ਪਰ ਭਾਬੀ ਵੀ ਕੋਈ ਘੱਟ ਸੁੰਦਰ ਨਹੀਂ ਆ। ਉਹ ਮੇਰੀ ਸੱਸ ਨੂੰ ਕਹਿਣ ਲੱਗਿਆ ਕਿ ਕਿਤੇ ਤੁਸੀਂ ਆਪਣੀ ਨੂੰਹ ਬਦਲ ਤਾਂ ਨਹੀਂ ਲਈ। ਮੈਂ ਸ਼ਰਮ ਦੇ ਨਾਲ ਸਿਰ ਝੁਕਾ ਲਿਆ। ਮੇਰੀ ਸੱਸ ਇਸ ਗੱਲਾਂ ਦੇ ਪੂਰੇ ਮਜ਼ੇ ਲੈ ਰਹੀ ਸੀ। ਮੈਂ ਅੰਦਰ ਹੀ ਅੰਦਰ ਸੜ ਰਹੀ ਸੀ। ਮੈਂ ਚੁੱਪ ਕਰਕੇ ਆਪਣੇ ਕਮਰੇ ਵਿੱਚ ਆ ਗਈ ਤੇ ਸੋਚਣ ਲੱਗੀ ਕਿ ਕਿਉਂ ਨਾ ਮੈਂ ਇਸ ਆਦਮੀ ਨਾਲ ਪੂਨਮ ਦਾ ਵਿਆਹ ਕਰਵਾ ਦੇਵਾਂ ਤੇ ਵਿਆਹ ਤੋਂ ਬਾਅਦ ਮੈਂ ਪੂਨਮ ਨੂੰ ਤੰਗ ਕਰਾਂਗੀ। ਮੈਂ ਹੌਲੀ ਹੌਲੀ ਅਸਰ ਵੀ ਉਸ ਨਾਲ ਦੋਸਤੀ ਕਰਨੀ ਸ਼ੁਰੂ ਕਰ ਦਿੱਤੀ। ਇੱਕ ਸ਼ਾਮ ਰਮੇਸ਼ ਗਾਰਡਨ ਵਿੱਚ ਬੈਠਾ ਸੀ। ਮੈਂ ਜਲਦੀ ਨਾਲ ਉਸ ਦੇ ਕੋਲ ਗਈ ਤੇ ਕਿਹਾ, ਜੇ ਇਜਾਜ਼ਤ ਹੋਵੇ ਤਾਂ ਮੈਂ ਇੱਥੇ ਬੈਠ ਜਾਵਾਂ। ਜੇ ਉਸਨੇ ਮੁਸਕਰਾ ਕੇ ਸਿਰ ਹਿਲਾ ਦਿੱਤਾ। ਮੈਂ ਬੈਠ ਗਈ ਤੇ ਰੋਣ ਲੱਗੀ। ਉਹ ਮੈਨੂੰ ਦੇਖ ਕੇ ਘਬਰਾ ਗਿਆ ਤੇ ਕਿਹਾ, ਭਾਬੀ ਕੀ ਹੋਇਆ? ਮੈਂ ਉਸ ਨੂੰ ਕਿਹਾ ਕਿ ਮੈਨੂੰ ਇਸ ਰਿਸ਼ਤੇ ਦੇ ਨਾਲ ਨਫ਼ਰਤ ਹੈ, ਤੂੰ ਮੈਨੂੰ ਮੇਰੇ ਨਾਮ ਨਾਲ ਬੁਲਾ ਲਿਆ ਕਰ। ਰਜੇਸ਼ ਪਹਿਲਾਂ ਤਾਂ ਹੈਰਾਨ ਹੋਇਆ ਤੇ ਫਿਰ ਉਸਨੇ ਕਿਹਾ, ਅਰਚਨਾ ਦੱਸ ਕੀ ਹੋਇਆ? ਮੈਂ ਉਸ ਨੂੰ ਕਿਹਾ ਕਿ ਮੇਰੇ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ। ਮੈਂ ਇਸ ਅਪਾਹਜ ਇਨਸਾਨ ਦੇ ਨਾਲ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ। ਉਹ ਮੈਨੂੰ ਦਿਲਾਸਾ ਦੇ ਰਿਹਾ ਸੀ। ਮੈਂ ਹਰ ਰੋਜ਼ ਉਸ ਨੂੰ ਮਿਲਣ ਲੱਗੀ। ਉਹ ਮੈਨੂੰ ਦਿਲਾਸਾ ਦਿੰਦਾ ਤੇ ਮੇਰੇ ਕਰੀਬ ਆਉਂਦਾ। ਇਸ ਤਰ੍ਹਾਂ ਕਈ ਦਿਨ ਤੱਕ ਗੱਲਾਂ ਕਰਦੇ ਰਹੇ। ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਗਈ ਤਾਂ ਰਾਜਵੀਰ ਮੈਨੂੰ ਬਹੁਤ ਹੀ ਗਹਿਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ। ਉਸਨੇ ਕਿਹਾ, ਅਰਚਨਾ ਇੱਕ ਗੱਲ ਕਹਾਂ, ਰਜੇਸ਼ ਤੋਂ ਦੂਰ ਰਿਹਾ ਕਰ। ਇਹ ਬਿਲਕੁਲ ਚੰਗਾ ਆਦਮੀ ਨਹੀਂ ਹੈ। ਮੈਂ ਗੁੱਸੇ ਵਿੱਚ ਕਿਹਾ ਕਿ ਉਹ ਤੁਹਾਡੀ ਤਰ੍ਹਾਂ ਅਪਾਹਜ ਵੀ ਨਹੀਂ ਆ। ਰਾਜਵੀਰ ਬਿਲਕੁਲ ਚੁੱਪ ਹੋ ਗਿਆ। ਰਾਤ ਹੋ ਗਈ ਤੇ ਅਸੀਂ ਪੈ ਗਏ। ਅੱਧੀ ਰਾਤ ਨੂੰ ਮੈਂ ਕਿਸੇ ਦੇ ਰੋਣ ਦੀ ਆਵਾਜ਼ ਸੁਣੀ ਤਾਂ ਮੇਰੀ ਅੱਖ ਖੁੱਲ੍ਹ ਗਈ। ਜਦੋਂ ਦੇਖਿਆ ਤਾਂ ਰਾਜਵੀਰ ਖਿੜਕੀ ਦੇ ਸਾਹਮਣੇ ਬੈਠਾ ਰੋ ਰਿਹਾ ਸੀ। ਇੱਕ ਪਲ ਦੇ ਲਈ ਲੱਗਿਆ ਕਿ ਜਿਵੇਂ ਕਿਸੇ ਨੇ ਮੇਰੇ ਦਿਲ ਨੂੰ ਮਲ ਕੇ ਰੱਖ ਦਿੱਤਾ ਹੋਵੇ। ਕੁਝ ਵੀ ਕਹੋ, ਰਾਜਵੀਰ ਮੇਰੀ ਪਹਿਲੀ ਮੁਹੱਬਤ ਸੀ, ਪਰ ਪਤਾ ਨਹੀਂ ਕਿਉਂ
ਮੈਨੂੰ ਮੇਰੀ ਭੈਣ ਨਾਲ ਇੰਨੀ ਜ਼ਿਆਦਾ ਜੈਲਸੀ ਕਿਉਂ ਸੀ? ਮੈਂ ਆਪਣੀ ਭੈਣ ਨੂੰ ਕਿਸੇ ਵੀ ਤਰ੍ਹਾਂ ਜਿੱਤਣ ਨਹੀਂ ਦੇਣਾ ਚਾਹੁੰਦੀ ਸੀ। ਤੇ ਇੱਧਰ ਰਾਜਵੀਰ ਨਾਲ ਕਿਤੇ ਨਾ ਕਿਤੇ ਪਿਆਰ ਵੀ ਸੀ। ਮੈਂ ਰਾਜਵੀਰ ਨਾਲ ਜ਼ਿੰਦਗੀ ਗੁਜ਼ਾਰਨੀ ਸ਼ੁਰੂ ਤਾਂ ਕਰ ਦਿੰਦੀ, ਪਰ ਪੂਨਮ ਨੇ ਕਿਸੇ ਚੰਗੇ ਘਰੇ ਵਿਆਹ ਕਰਵਾ ਕੇ ਮੇਰੇ ਨਾਲੋਂ ਜਿੱਤ ਜਾਣਾ ਸੀ। ਮੈਂ ਪੂਨਮ ਤੋਂ ਹੇਠਾਂ ਹੋ ਕੇ ਨਹੀਂ ਰਹਿਣਾ ਚਾਹੁੰਦੀ ਸੀ। ਮੈਂ ਸੋਚਿਆ ਕਿ ਪੂਨਮ ਦਿਨ ਹੀ ਦਿਨ ਵਿੱਚ ਹੱਸਦੀ ਹੋਵੇਗੀ। ਮੈਂ ਰਾਜਵੀਰ ਨੂੰ ਨਜ਼ਰ ਅੰਦਾਜ਼ ਕਰਕੇ ਮੁੜ ਸੌ ਗਈ, ਪਰ ਇਸ ਵਾਰ ਮੇਰੀਆਂ ਅੱਖਾਂ ਵਿੱਚ ਹੰਝੂ ਸਨ। ਪਤਾ ਨਹੀਂ ਕੀ ਨਤੀਜਾ ਨਿਕਲੇਗਾ। ਜਿਸ ਰਾਹ 'ਤੇ ਮੈਂ ਚੱਲ ਰਹੀ ਸੀ, ਮੇਰੀ ਸੱਸ ਮੇਰੇ ਨਾਲ ਬਹੁਤ ਬੁਰਾ ਵਿਵਹਾਰ ਕਰਦੀ, ਪਰ ਮੈਂ ਆਪਣੀ ਸੱਸ ਤੋਂ ਦਬਦੀ ਨਹੀਂ ਸੀ। ਮੈਂ ਵੀ ਇੱਕ ਟਕਾ ਜਵਾਬ ਦੇ ਦਿੰਦੀ। ਇੱਕ ਦਿਨ ਮੈਂ ਆਪਣੀ ਸੱਸ ਦੇ ਕਮਰੇ ਦੇ ਨੇੜੇ ਦੀ ਲੰਘੀ ਤਾਂ ਮੈਂ ਰਾਜਵੀਰ ਦੀ ਆਵਾਜ਼ ਸੁਣੀ। ਉਹ ਮੇਰਾ ਨਾਂ ਲੈ ਰਿਹਾ ਸੀ। ਮੈਂ ਬਿਲਕੁਲ ਰੁਕ ਗਈ। ਰਾਜਵੀਰ ਨੇ ਕਿਹਾ, ਮੇਰੀ ਪਤਨੀ ਨਾਲ ਦੁਰਵਿਵਹਾਰ ਨਾ ਕਰਿਆ ਕਰੋ। ਮੈਂ ਉਸ ਨੂੰ ਉਹੀ ਸਨਮਾਨ ਦਿਵਾਉਣਾ ਚਾਹੁੰਦਾ ਹਾਂ ਜੋ ਇੱਕ ਬਹੂ ਦਾ ਹੁੰਦਾ ਹੈ। ਮੇਰੀ ਸੱਸ ਨੇ ਕਿਹਾ, ਉਹ ਤੇਰੀ ਪਤਨੀ ਜੋ ਤੇਰਾ ਨਾਮ ਲੈਣਾ ਵੀ ਪਸੰਦ ਨਹੀਂ ਕਰਦੀ, ਜੋ ਤੈਨੂੰ ਸਾਰਾ ਦਿਨ ਅਪਾਹਿਜ ਅਪਾਹਿਜ ਕਹਿ ਕੇ ਬੁਲਾਉਂਦੀ ਆ। ਮੈਂ ਤਾਂ ਕਹਿੰਦੀ ਹਾਂ ਕਿ ਤੂੰ ਉਸ ਨੂੰ ਤਲਾਕ ਦੇ ਦੇ, ਉਸ ਨੂੰ ਚਲਦੀ ਕਰ। ਮੈਨੂੰ ਤਾਂ ਡਰ ਆ ਕਿ ਉਹ ਰਾਜੇਸ਼ ਨੂੰ ਆਪਣੇ ਜਾਲ ਵਿੱਚ ਨਾ ਫਸਾ ਲਵੇ। ਉਦੋਂ ਹੀ ਰਾਜਵੀਰ ਇੱਕਦਮ ਗੁੱਸੇ ਵਿੱਚ ਬੋਲਿਆ ਕਿ ਖਬਰਦਾਰ ਜੇ ਅੱਜ ਤੋਂ ਬਾਅਦ ਮੇਰੀ ਪਤਨੀ ਦੇ ਖਿਲਾਫ ਇਸ ਤਰ੍ਹਾਂ ਕਿਹਾ। ਹੁਣ ਉਹ ਮੇਰੀ ਪਤਨੀ ਹੈ ਤੇ ਮੈਂ ਉਸ ਦੇ ਬਾਰੇ ਇੱਕ ਵੀ ਗੱਲ ਗਲਤ ਨਹੀਂ ਸੁਣ ਸਕਦਾ। ਇਹ ਸਭ ਸੁਣ ਕੇ ਮੈਂ ਸੋਚਣ ਲੱਗੀ ਕਿ ਇਹ ਮੈਨੂੰ ਇੰਨੀ ਇੱਜ਼ਤ ਦੇ ਦਿੰਦੇ ਹਨ, ਮੈਂ ਇਹਨਾਂ ਨੂੰ ਕੀ ਕਹਿ ਕੇ ਬੁਲਾਉਂਦੀ ਹਾਂ, ਕਿੰਨਾ ਅਪਮਾਨਿਤ ਕਰਦੀ ਹਾਂ, ਤੇ ਇਹ ਮੇਰੇ ਲਈ ਕਿੰਨੇ ਸਨਮਾਨ ਨਾਲ ਗੱਲ ਕਰ ਰਹੇ ਹਨ। ਰਾਜਵੀਰ ਦੇ ਮੂੰਹੋਂ ਆਪਣੇ ਲਈ ਇਹ ਗੱਲਾਂ ਸੁਣ ਕੇ ਕਿਤੇ ਨਾ ਕਿਤੇ ਮੇਰੇ ਦਿਲ ਵਿੱਚ ਉਸ ਦੇ ਲਈ ਜਗ੍ਹਾ ਬਣ ਗਈ। ਰਾਤ ਹੋਈ ਤੇ ਮੈਂ ਆਪਣੇ ਕਮਰੇ ਵਿੱਚ ਬੈੱਡ 'ਤੇ ਪਈ ਸੀ। ਰਾਜਵੀਰ ਆਏ ਤੇ ਉਹਨਾਂ ਨੇ ਕਿਹਾ, ਕੀ ਹੋਇਆ ਅਰਚਨਾ, ਤਬੀਅਤ ਤਾਂ ਠੀਕ ਹੈ ਨਾ? ਮੈਂ ਇੱਕਦਮ ਉੱਠੀ ਤੇ ਰਾਜਵੀਰ ਦੇ ਕਦਮਾਂ ਵਿੱਚ ਜਾ ਕੇ ਬੈਠ ਗਈ ਤੇ ਕਿਹਾ, ਰੱਬ ਦੇ ਵਾਸਤੇ ਮੈਨੂੰ ਮਾਫ਼ ਕਰ ਦਿਓ, ਮੈਂ ਤੁਹਾਨੂੰ ਮੁਹੱਬਤ ਕਰਦੀ ਹਾਂ। ਇਹ ਸਭ ਮੈਂ ਆਪਣੀ ਭੈਣ ਨਾਲ ਦੁਸ਼ਮਣੀ ਕੱਢਣ ਲਈ ਕੀਤਾ, ਕਿਉਂਕਿ ਸ਼ੁਰੂ ਤੋਂ ਹੀ ਨਹੀਂ, ਘਰ ਦੇ ਮੈਨੂੰ ਉਸ ਦੇ ਨੀਵਾਂ ਸਮਝਦੇ ਸੀ। ਰਾਜਵੀਰ ਜ਼ਖਮੀ ਜਿਹੀ ਹਾਸੀ ਹੱਸਦਾ ਹੋਇਆ ਬੋਲਿਆ ਕਿ ਇੱਕ ਅਪਾਹਿਜ ਇਨਸਾਨ ਨਾਲ ਹਮਦਰਦੀ ਤਾਂ ਕੀਤੀ ਜਾ ਸਕਦੀ ਆ, ਪਰ ਮੁਹੱਬਤ ਨਹੀਂ ਕੀਤੀ ਜਾ ਸਕਦੀ। ਮੈਂ ਰੋ ਰਹੀ ਸੀ ਤੇ ਮੈਂ ਸੋਚ ਲਿਆ ਸੀ ਕਿ ਮੈਂ ਆਪਣੀ ਮੁਹੱਬਤ ਨਾਲ ਰਾਜਵੀਰ ਦਾ ਦਿਲ ਜਿੱਤ ਕੇ ਹੀ ਰਹੂੰਗੀ। ਹੌਲੀ ਹੌਲੀ ਮੈਂ ਉਸ ਦੇ ਜ਼ਿਆਦਾ ਕਰੀਬ ਆਉਣ ਲੱਗੀ। ਮੈਂ ਉਸ ਦੇ ਸਾਰੇ ਕੰਮ ਆਪਣੇ ਹੱਥੀਂ ਕਰਦੀ। ਰਾਜੇਸ਼ ਮੈਨੂੰ ਕਹਿੰਦਾ ਕਿ ਅਰਚਨਾ, ਹੁਣ ਤਾਂ ਤੂੰ ਮੈਨੂੰ ਟਾਈਮ ਹੀ ਨਹੀਂ ਦਿੰਦੀ। ਮੈਂ ਰਾਜੇਸ਼ ਨੂੰ ਬੁਰੀ ਤਰ੍ਹਾਂ ਘੂਰ ਦਿੱਤਾ ਸੀ ਤੇ ਕਿਹਾ ਕਿ ਮੇਰਾ ਟਾਈਮ ਸਿਰਫ ਮੇਰੇ ਪਤੀ ਰਾਜਵੀਰ ਦੇ ਲਈ ਹੈ, ਐਰਾਂ ਗੈਰਾਂ ਦੇ ਲਈ ਨਹੀਂ ਹੈ। ਮੈਂ ਰਾਜੇਸ਼ ਨੂੰ ਕਹਿ ਦਿੱਤਾ ਸੀ ਕਿ ਅੱਜ ਤੋਂ ਬਾਅਦ ਤੂੰ ਮੇਰਾ ਨਾਮ ਲੈ ਕੇ ਨਾ ਬੁਲਾਈ, ਬਲਕਿ ਮੈਨੂੰ ਭਾਬੀ ਕਹਿ ਕੇ ਬੁਲਾਇਆ ਕਰ। ਰਾਜੇਸ਼ ਪਹਿਲਾਂ ਤਾਂ ਹੈਰਾਨ ਹੋਇਆ ਤੇ ਫਿਰ ਚੁੱਪ ਕਰਕੇ ਉੱਥੋਂ ਚਲਾ ਗਿਆ, ਪਰ ਹੁਣ ਰਾਜੇਸ਼ ਮੇਰਾ ਪਿੱਛਾ ਨਹੀਂ ਛੱਡਣਾ ਚਾਹੁੰਦਾ ਸੀ। ਉਹ ਬਹਾਨੇ ਨਾਲ ਮੇਰੇ ਕਰੀਬ ਆਉਣ ਦੀ ਕੋਸ਼ਿਸ਼ ਕਰਦਾ। ਉਹ ਇਸ ਤਰ੍ਹਾਂ ਜਤਾਉਂਦਾ ਜਿਵੇਂ ਉਸ ਨੂੰ ਮੇਰੀ ਬਹੁਤ ਪਰਵਾਹ ਹੁੰਦੀ ਹੈ। ਮੈਨੂੰ ਗੁੱਸਾ ਤਾਂ ਬਹੁਤ ਆਉਂਦਾ, ਪਰ ਮੈਂ ਆਪਣੇ ਗੁੱਸੇ ਨੂੰ ਪੀ ਜਾਂਦੀ। ਇੱਕ ਦਿਨ ਮੇਰੀ ਸੱਸ ਕੋਲ ਆਈ ਤੇ ਕਹਿਣ ਲੱਗੀ, ਮੈਂ ਰਾਜੇਸ਼ ਦੇ ਲਈ ਤੇਰੀ ਭੈਣ ਦਾ ਹੱਥ ਮੰਗਣਾ ਚਾਹੁੰਦੀ ਹਾਂ। ਪੂਨਮ ਕਿੰਨੀ ਖੁਸ਼ ਰਹੇਗੀ ਨਾ ਰਾਜੇਸ਼ ਦੇ ਨਾਲ। ਅਰਚਨਾ ਨੂੰ ਦਿਲ ਛੋਟਾ ਨਾ ਕਰੀ, ਕਿਸੇ ਦੇ ਹਿੱਸੇ ਦੀਆਂ ਖੁਸ਼ੀਆਂ ਆਪਾਂ ਖੋ ਨਹੀਂ ਸਕਦੇ। ਇੰਨਾ ਕਹਿ ਕੇ ਮੇਰੀ ਸੱਸ ਚਲੀ ਗਈ। ਮੈਂ ਸੋਚ ਰਹੀ ਸੀ ਕਿ ਮੇਰੀ ਸੱਸ ਦੁਬਾਰਾ ਤੋਂ ਕਿਉਂ ਉਕਸਾ ਰਹੀ ਹੈ, ਮੈਨੂੰ ਅਜਿਹੀਆਂ ਗੱਲਾਂ ਕਿਉਂ ਕਰ ਰਹੀ ਹੈ ਜਿਸ ਨੂੰ ਸੁਣ ਕੇ ਮੈਨੂੰ ਗੁੱਸਾ ਆਉਂਦਾ ਹੈ। ਜਦੋਂ ਵੀ ਪੂਨਮ ਦਾ ਨਾਮ ਮੇਰੇ ਸਾਹਮਣੇ ਆਉਂਦਾ ਸੀ ਤਾਂ ਮੈਂ ਗੁੱਸੇ ਨਾਲ ਭਰ ਜਾਂਦੀ ਸੀ। ਫਿਰ ਮੈਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਸੀ, ਪਰ ਰਾਜਵੀਰ ਦੀ ਖਾਤਰ ਮੈਂ ਆਪਣੇ ਗੁੱਸੇ ਨੂੰ ਪੀ ਜਾਂਦੀ। ਪਰ ਹੌਲੀ ਹੌਲੀ ਮੇਰੇ ਦਿਲ ਅੰਦਰ ਰਾਜਵੀਰ ਦੀ ਮੁਹੱਬਤ ਹੋਰ ਵੀ ਮਜ਼ਬੂਤ ਹੁੰਦੀ ਜਾਂਦੀ ਸੀ। ਪਰ ਮੈਨੂੰ ਇੱਥੇ ਗੱਲ ਦੀ ਹੈਰਾਨੀ ਹੁੰਦੀ ਸੀ ਕਿ ਉਹ ਰਾਜੇਸ਼ ਮੇਰੀ ਸੱਸ ਨਾਲ ਸਾਰਾ ਦਿਨ ਬੈਠਾ ਰਹਿੰਦਾ। ਉਹ ਮੇਰੀ ਸੱਸ ਦੇ ਹਾਣ ਪ੍ਰਵਾਨ ਦਾ ਸੀ। ਮੈਨੂੰ ਮੇਰੀ ਸੱਸ 'ਤੇ ਸ਼ੱਕ ਹੋਣ ਲੱਗਿਆ, ਕਿਉਂਕਿ ਮੇਰੀ ਸੱਸ ਰਾਜਵੀਰ ਨੂੰ ਵੀ ਚੰਗਾ ਨਹੀਂ ਸਮਝਦੀ ਸੀ, ਸਿਰਫ ਉਸ ਦੇ ਮੂੰਹ 'ਤੇ ਮਿੱਠੀ ਬਣਦੀ ਸੀ। ਰਾਜਵੀਰ ਅਪਾਹਿਜ ਹੋਣ 'ਤੇ ਦਵਾਈਆਂ ਖਾ ਰਿਹਾ ਸੀ। ਇੱਕ ਦਿਨ ਮੈਂ ਰਾਜਵੀਰ ਨੂੰ ਪੁੱਛਿਆ ਕਿ ਤੁਸੀਂ ਇੰਨੀਆਂ ਦਵਾਈਆਂ ਕਿਉਂ ਖਾਂਦੇ ਹੋ
ਤਾਂ ਉਸਨੇ ਕਿਹਾ ਕਿ ਮੰਮੀ ਜੀ ਕਿਸੇ ਡਾਕਟਰ ਤੋਂ ਲੈ ਕੇ ਆਏ ਹਨ। ਉਹਨਾਂ ਨੇ ਕਿਹਾ ਕਿ ਮੈਂ ਜਲਦ ਹੀ ਇਸ ਚੇਅਰ ਤੋਂ ਉੱਠ ਜਾਵਾਂਗਾ। ਮੈਂ ਰਾਜਵੀਰ ਨੂੰ ਕਿਹਾ ਕਿ ਇੱਕ ਵਾਰ ਆਪਾਂ ਨੂੰ ਡਾਕਟਰ ਕੋਲ ਜਾ ਕੇ ਦਿਖਾਉਣਾ ਚਾਹੀਦਾ, ਕਿਉਂਕਿ ਜਦੋਂ ਦਵਾਈਆਂ ਖਾਂਦੇ ਹੋ ਤਾਂ ਉਸ ਤੋਂ ਬਾਅਦ ਉਹਨਾਂ ਦਾ ਸਾਰਾ ਸਰੀਰ ਕੰਬਣ ਲੱਗ ਜਾਂਦਾ ਸੀ। ਇੱਕ ਦਿਨ ਮੈਂ ਉਹਨਾਂ ਨੂੰ ਗੱਡੀ ਵਿੱਚ ਆਪਣੇ ਨਾਲ ਜਾਣ ਪਛਾਣ ਦੇ ਇੱਕ ਡਾਕਟਰ ਕੋਲ ਲੈ ਕੇ ਗਈ। ਡਾਕਟਰ ਨੂੰ ਉਹ ਸਾਰੀਆਂ ਦਵਾਈਆਂ ਦਿਖਾਈਆਂ ਅਤੇ ਪੁੱਛਿਆ ਕਿ ਇਸ ਤਰ੍ਹਾਂ ਇਹ ਕੰਬਣ ਲੱਗ ਜਾਂਦੇ ਹਨ। ਹੁਣ ਉਹ ਡਾਕਟਰ ਨੇ ਜੋ ਕੁਝ ਦੱਸਿਆ ਉਹ ਸੁਣ ਕੇ ਮੇਰੀ ਤਾਂ ਜਾਨ ਨਿਕਲ ਗਈ। ਡਾਕਟਰ ਨੇ ਦੱਸਿਆ ਕਿ ਇਹ ਦਵਾਈਆਂ ਤਾਂ ਬਹੁਤ ਖਤਰਨਾਕ ਹਨ। ਇਹ ਦਵਾਈਆਂ ਲਗਾਤਾਰ ਖਾਣ ਨਾਲ ਹੌਲੀ-ਹੌਲੀ ਖੂਨ ਦਾ ਸਰਕਲ ਖੜਨ ਲੱਗਦਾ ਹੈ। ਇਹਨਾਂ ਦਾ ਸਭ ਤੋਂ ਪਹਿਲਾਂ ਅਸਰ ਲੱਤਾਂ 'ਤੇ ਹੁੰਦਾ ਹੈ ਤੇ ਹੌਲੀ-ਹੌਲੀ ਸਾਰਾ ਸਰੀਰ ਖੜਨ ਲੱਗਦਾ ਹੈ। ਇਸ ਨਾਲ ਹੀ ਇਹ ਕੰਬਣ ਲੱਗ ਜਾਂਦੇ ਹਨ ਜਦੋਂ ਖੂਨ ਦਾ ਸਰਕਲ ਰੁਕ ਜਾਂਦਾ ਹੈ। ਇਹ ਦਵਾਈਆਂ ਤਾਂ ਆਪਣੇ ਦੇਸ਼ ਵਿੱਚੋਂ ਨਹੀਂ ਮਿਲਦੀਆਂ। ਇਹ ਦਵਾਈਆਂ ਤੁਸੀਂ ਕਿੱਥੋਂ ਲਈਆਂ? ਰਾਜਵੀਰ ਵੀ ਸੁਣ ਕੇ ਹੈਰਾਨ ਰਹਿ ਗਿਆ। ਵਾਪਸ ਆਉਂਦੇ ਹੋਏ ਅਸੀਂ ਦੋਨੋਂ ਚੁੱਪ ਸੀ। ਸ਼ਾਮ ਹੋ ਰਹੀ ਸੀ ਤੇ ਮੈਂ ਆਪਣੀ ਸੱਸ ਨੂੰ ਆਪਣੇ ਕਮਰੇ ਵਿੱਚ ਬੁਲਾ ਲਿਆ। ਜਿਵੇਂ ਹੀ ਮੇਰੀ ਸੱਸ ਕਮਰੇ ਵਿੱਚ ਆਈ ਤਾਂ ਮੈਂ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਬੋਤਲ ਵਿੱਚ ਡੀਜ਼ਲ ਪਾ ਕੇ ਉਸ ਉੱਪਰ ਛਿੜਕ ਦਿੱਤਾ। ਮੇਰੇ ਹੱਥ ਵਿੱਚ ਮਾਚਿਸ ਦੀ ਡੱਬੀ ਸੀ। ਉਹ ਡੱਬੀ ਦੇਖ ਕੇ ਮੇਰੀ ਸੱਸ ਡਰ ਗਈ। ਉਸ ਨੂੰ ਲੱਗਿਆ ਕਿ ਇਹ ਮੈਨੂੰ ਅੱਗ ਲਾ ਦੇਵੇਗੀ। ਮੈਂ ਵੀ ਆਪਣੀ ਸੱਸ ਨੂੰ ਕਿਹਾ ਕਿ ਸਾਰਾ ਸੱਚ ਦੱਸ ਦੇਵੋ, ਨਹੀਂ ਤਾਂ ਤੁਹਾਡੀਆਂ ਕਿਹੜੀਆਂ ਦਵਾਈਆਂ ਕਿੱਥੋਂ ਲਿਆਉਂਦੇ ਹੋ ਜੋ ਰਾਜਵੀਰ ਨੂੰ ਦਿੰਦੇ ਹੋ। ਤੁਹਾਨੂੰ ਪਤਾ ਮੈਂ ਕੀ ਕਰ ਸਕਦੀ ਹਾਂ। ਮੈਂ ਚੀਕਦੀ ਹੋਈ ਨੇ ਕਿਹਾ ਕਿ ਰਾਜਵੀਰ ਨੂੰ ਅਪਾਹਿਜ ਕਿਉਂ ਕੀਤਾ। ਰਾਜਵੀਰ ਵੀ ਸਾਹਮਣੇ ਕਮਰੇ ਵਿੱਚ ਬੈਠਾ ਸੀ। ਮੇਰੀ ਸੱਸ ਪੂਰੀ ਤਰ੍ਹਾਂ ਡਰੀ ਹੋਈ ਸੀ। ਉਸਨੇ ਕਿਹਾ ਕਿ ਰਾਜਵੀਰ ਤਾਂ ਜਾਣਦਾ ਹੈ ਕਿ ਇਹ ਮੇਰਾ ਸਕਾ ਬੇਟਾ ਨਹੀਂ ਹੈ। ਇਸ ਦੀ ਮਾਂ ਤਾਂ ਛੋਟੇ ਹੁੰਦੇ ਹੀ ਮਰ ਗਈ ਸੀ। ਮੈਂ ਰਾਜਵੀਰ ਦੇ ਬੁੱਢੇ ਬਾਪ ਨਾਲ ਸਿਰਫ ਪੈਸਿਆਂ ਦੀ ਖਾਤਰ ਵਿਆਹ ਕਰਵਾਇਆ ਸੀ, ਪਰ ਉਸ ਬੁੱਢੇ ਨੇ ਮਰਦੇ ਹੋਏ ਨੇ ਸਾਰੀ ਦੌਲਤ ਆਪਣੇ ਬੇਟੇ ਰਾਜਵੀਰ ਦੇ ਨਾਂ ਲਾ ਦਿੱਤੀ। ਪਰ ਮੈਂ ਵੀ ਇੰਨੀ ਜਲਦੀ ਹਾਰ ਮੰਨਣ ਵਾਲੀ ਨਹੀਂ ਸੀ। ਜੋ ਰਜੇਸ਼ ਆਪਣਾ ਗਵਾਂਢੀ ਹੈ, ਮੈਂ ਉਸ ਨੂੰ ਪਿਆਰ ਕਰ ਬੈਠੀ। ਰਜੇਸ਼ ਨੇ ਤੇ ਮੈਂ ਮਿਲ ਕੇ ਪਲਾਨ ਬਣਾਇਆ ਕਿ ਰਾਜਵੀਰ ਨੂੰ ਅਪਾਹਿਜ ਕਰਕੇ ਹੌਲੀ-ਹੌਲੀ ਰਸਤੇ ਤੋਂ ਹਟਾ ਦੇਵਾਂਗੇ। ਪਰ ਪਤਾ ਨਹੀਂ ਕਿਉਂ ਰਾਜਵੀਰ ਨੂੰ ਵਿਆਹ ਕਰਨ ਦਾ ਭੂਤ ਸਵਾਰ ਸੀ। ਇਹ ਸਾਰਾ ਦਿਨ ਮੇਰਾ ਸਿਰ ਖਾਂਦਾ ਰਹਿੰਦਾ ਸੀ ਕਿ ਮੈਨੂੰ ਇਕੱਲੇਪਣ ਪਰੇਸ਼ਾਨ ਕਰਦਾ ਹੈ। ਮੈਨੂੰ ਇੱਕ ਜੀਵਨ ਸਾਥੀ ਦੀ ਜ਼ਰੂਰਤ ਹੈ ਜੋ ਮੇਰਾ ਦੁੱਖ ਦਰਦ ਵੰਡਾ ਸਕੇ ਤੇ ਮੇਰਾ ਖਿਆਲ ਰੱਖੇ। ਰਾਜਵੀਰ ਦੀ ਜਿੱਦ ਤੇ ਅਸੀਂ ਤੁਹਾਡੇ ਘਰ ਗਏ, ਪਰ ਮੈਨੂੰ ਤੂੰ ਬਹੁਤ ਚਲਾਕ ਲੱਗੀ ਸੀ ਅਤੇ ਤੇਰੀ ਛੋਟੀ ਭੈਣ ਮਾਸੂਮ। ਇਸ ਲਈ ਤੇਰੀ ਜਗ੍ਹਾ ਤੇਰੀ ਛੋਟੀ ਭੈਣ ਦਾ ਰਿਸ਼ਤਾ ਮੰਗ ਲਿਆ। ਸੋਚਿਆ ਸੀ ਕਿ ਉਸ ਨੂੰ ਡਰਾ ਧਮਕਾ ਕੇ ਕਾਬੂ ਵਿੱਚ ਰੱਖਾਂਗੇ। ਜਦੋਂ ਰਾਜਵੀਰ ਨੂੰ ਆਪਣੇ ਰਸਤੇ ਤੋਂ ਹਟਾ ਦੇਵਾਂਗੇ ਤਾਂ ਸਾਰਾ ਇਲਜ਼ਾਮ ਉਸ ਉੱਤੇ ਲਾ ਦੇਵਾਂਗੇ ਤੇ ਸਾਰੀ ਜਾਇਦਾਦ ਆਪਣੇ ਹੱਥ ਵਿੱਚ ਕਰ ਲਵਾਂਗੇ। ਮੈਂ ਤੇ ਰਜੇਸ਼ ਵਿਆਹ ਕਰ ਲੈਂਦੇ, ਸੱਪ ਵੀ ਮਰ ਜਾਂਦਾ ਤੇ ਲਾਠੀ ਵੀ ਬਚ ਜਾਂਦੀ। ਪਰ ਅਰਚਨਾ, ਤੂੰ ਤਾਂ ਬਹੁਤ ਹੁਸ਼ਿਆਰ ਨਿਕਲੀ। ਜੇ ਤੇਰੀ ਜਗ੍ਹਾ ਪੂਨਮ ਇਸ ਘਰ ਵਿੱਚ ਬਹੂ ਬਣ ਕੇ ਆਉਂਦੀ ਤਾਂ ਕਦੇ ਇਸ ਰਾਜ ਤੱਕ ਨਾ ਪਹੁੰਚ ਪਾਉਂਦੀ। ਆਪਣੀ ਮਾਂ ਦੀਆਂ ਸਾਰੀਆਂ ਗੱਲਾਂ ਸੁਣ ਕੇ ਰਾਜਵੀਰ ਨੇ ਆਪਣੀ ਮਾਂ ਅਤੇ ਰਜੇਸ਼ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪਰ ਉਹ ਪੁਲਿਸ ਵਾਲਿਆਂ ਨੂੰ ਕਹਿਣ ਲੱਗੀ ਕਿ ਇਹ ਮੈਨੂੰ ਮਾਰਨ ਵਾਲੇ ਸੀ। ਉਹ ਤਾਂ ਚੰਗਾ ਹੋਇਆ ਕਿ ਰਾਜਵੀਰ ਨੇ ਸਾਰੀ ਰਿਕਾਰਡਿੰਗ ਕਰ ਲਈ ਸੀ, ਜਿਸ ਵਿੱਚ ਰਾਜਵੀਰ ਦੀ ਮਾਂ ਨੇ ਸਾਰੀ ਸੱਚਾਈ ਬਿਆਨ ਕੀਤੀ ਸੀ। ਰਾਜਵੀਰ ਰੋਣ ਲੱਗਿਆ ਤੇ ਕਹਿਣ ਲੱਗਿਆ ਕਿ ਕੋਈ ਇੰਨਾ ਕਿਵੇਂ ਗਿਰ ਸਕਦਾ ਹੈ। ਹੁਣ ਰਾਜਵੀਰ ਦੀ ਬਿਮਾਰੀ ਫੜੀ ਗਈ ਅਤੇ ਉਸ ਨੂੰ ਚੰਗੇ ਡਾਕਟਰ ਨੂੰ ਦਿਖਾ ਕੇ ਇਲਾਜ ਕਰਵਾਇਆ। ਡਾਕਟਰਾਂ ਨੇ ਭਰੋਸਾ ਦਿਵਾਇਆ ਕਿ ਉਹ ਜਲਦੀ ਠੀਕ ਹੋ ਜਾਣਗੇ। ਮੈਂ ਰਾਜਵੀਰ ਦੀ ਸੇਵਾ ਵਿੱਚ ਕੋਈ ਕਸਰ ਨਾ ਛੱਡੀ। ਮੈਂ ਹਰ ਰੋਜ਼ ਰਾਜਵੀਰ ਦੇ ਪੈਰਾਂ 'ਤੇ ਮਾਲਿਸ਼ ਕਰਦੀ ਤੇ ਉਸ ਨੂੰ ਤੋਰਨ ਦੀ ਕੋਸ਼ਿਸ਼ ਕਰਦੀ। ਮੇਰੀ ਸੱਸ ਨੇ ਤਾਂ ਜੋ ਮੇਰੇ ਪਤੀ ਨਾਲ ਕੀਤਾ ਸੀ, ਪਰ ਮੈਂ ਵੀ ਆਪਣੀ ਭੈਣ ਨਾਲ ਬਹੁਤ ਵਧੀਕੀਆਂ ਕੀਤੀਆਂ ਸਨ। ਮੈਂ ਪੂਨਮ ਤੋਂ ਵੀ ਮਾफ़ੀ ਮੰਗੀ ਤੇ ਉਸ ਦਾ ਚੰਗੇ ਘਰੇ ਰਿਸ਼ਤਾ ਕਰਵਾਇਆ, ਕਿਉਂਕਿ ਉਹ ਬਹੁਤ ਮਾਸੂਮ ਸੀ। ਉਸ ਦਾ ਕੋਈ ਕਸੂਰ ਨਹੀਂ ਸੀ। ਪਰ ਕਦੀ-ਕਦੀ ਆਪਾਂ ਆਪਣੀਆਂ ਖੁਸ਼ੀਆਂ ਦੇ ਲਈ ਦੂਜਿਆਂ ਨੂੰ ਦੁੱਖ ਦੇਣ ਲੱਗ ਜਾਂਦੇ ਹਾਂ। ਕਹਿੰਦੇ ਹਨ ਕਿ ਮਿਲਦਾ ਉਹੀ ਹੈ ਜੋ ਨਸੀਬਾਂ ਵਿੱਚ ਹੁੰਦਾ ਹੈ। ਕਿਸੇ ਦੇ ਹੱਥਾਂ ਵਿੱਚੋਂ ਖੋਹ ਕੇ ਆਪਾਂ ਕਦੇ ਸ਼ਾਹੂਕਾਰ ਨਹੀਂ ਬਣ ਸਕਦੇ ਤੇ ਆਪਾਂ ਸਕੂਨ ਨਾਲ ਵੀ ਨਹੀਂ ਰਹਿ ਸਕਦੇ। ਕਹਾਣੀ ਨੂੰ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।